हेलो स्टूडेंट्स ਅਸੀਂ ਕਰੰਟ ਇਲੈਕਟ੍ਰਿਸਿਟੀ ਪੜ੍ਹ ਰਹੇ ਹਾਂ। ਕਰੰਟ ਇਲੈਕਟ੍ਰਿਸਿਟੀ ਦੇ ਵਿੱਚ ਤੁਸੀਂ ਬਹੁਤ ਸਾਰੀਆਂ ਚੀਜ਼ਾਂ ਪੜ੍ਹ ਚੁੱਕੇ ਹੋ। ਹੁਣੇ ਤੁਸੀਂ ਇਮੀਡੀਏਟਲੀ ਜਿਹੜਾ ਪੜ੍ਹ ਕੇ ਹਟੇ ਹੋਵੋਗੇ ਉਹ ਕਿਰਚੌਫ ਲਾਅ ਪੜ੍ਹ ਕੇ ਹਟੇ ਹੋਵੋਗੇ। ਤੁਸੀਂ ਕਿਰਚੌਫ ਲਾਅ ਦੇ ਵਿੱਚ ਕਿਆ ਕਰਦੇ ਹੋ, ਬਹੁਤ ਸਾਰੇ ਸਰਕਿਟਸ ਦੇ ਵਿੱਚੋਂ ਈਜ਼ੀਲੀ ਕਰੰਟ, ਰਜਿਸਟੈਂਸ, ਵੋਲਟੇਜ ਫਾਈਂਡ ਆਊਟ ਕਰ ਸਕਦੇ ਹੋ ਬਾਏ ਅਪਲਾਈਂਗ ਦਾ ਕਿਰਚੌਫ ਰੂਲਸ। ਠੀਕ ਹੈ, ਤਾਂ ਉਹਦੇ ਵਿੱਚੋਂ ਇਹ ਅਸੀਂ ਕੀ ਹੈ, ਇੱਕ ਈਜ਼ੀ ਵੇ ਕਹਿ ਲਓ ਜਾਂ ਫਿਰ ਅਸੀਂ ਬਹੁਤ ਸਾਰੇ ਅਰੇਂਜਮੈਂਟਸ ਇੱਦਾਂ ਦੇ ਹਜੇ ਹੋਰ ਪੜ੍ਹਨੇ ਨੇ। ਉਹ ਇਸ ਜਿਹੜਾ ਅੱਜ ਦਾ ਟੌਪਿਕ ਹੈ ਮੀਟਰ ਵੀਟਸਟੋਨ ਬ੍ਰਿਜ ਦੇ ਉੱਤੇ ਬੇਸਡ ਹੈ, ਇਸ ਕਰਕੇ ਅਸੀਂ ਵੀਟਸਟੋਨ ਬ੍ਰਿਜ ਪੜ੍ਹਾਂਗੇ। ਵੀਟਸਟੋਨ ਬ੍ਰਿਜ ਬੇਸਿਕਲੀ ਕੀ ਹੈਗਾ ਆ, ਅਰੇਂਜਮੈਂਟ ਹੈ 4 ਅਲੱਗ-ਅਲੱਗ ਤਰ੍ਹਾਂ ਦੀਆਂ ਰਜਿਸਟੈਂਸ ਦੇ ਵਿੱਚ ਦਾ, ਜਿਹਦੇ ਵਿੱਚ ਉਹ 4 ਰਜਿਸਟੈਂਸ ਦੇ ਵਿੱਚੋਂ ਅਗਰ ਮੈਨੂੰ 3 ਰਜਿਸਟੈਂਸ ਨੋਨ ਨੇਗੀਆਂ ਤਾਂ ਮੈਂ ਚੌਥੀ ਰਜਿਸਟੈਂਸ ਫਾਈਂਡ ਆਊਟ ਕਰ ਸਕਦੀ ਹਾਂ। ਬਟ ਉਹਦੇ ਵਿੱਚ ਕੀ ਕੰਡੀਸ਼ਨ ਹੈ ਕਿ ਜਿਹੜਾ ਉਹ ਸਰਕਿਟ ਹੈ ਉਹ ਕੀ ਹੋਣਾ ਚਾਹੀਦਾ, ਬੈਲੈਂਸ ਹੋਣਾ ਚਾਹੀਦਾ। ਠੀਕ ਹੈ, ਇਹਦੀ ਆਪਾਂ ਡੈਫੀਨੇਸ਼ਨ ਪੜ੍ਹ ਲੈਂਦੇ ਹਾਂ। ਇਟ ਇਜ਼ ਅ ਅਰੇਂਜਮੈਂਟ ਆਫ 4 ਰਜਿਸਟੈਂਸ, ਤੁਹਾਨੂੰ ਦਿਖ ਰਹੀਆਂ ਨੇ 4 ਰਜਿਸਟੈਂਸ। ਇਟ ਇਜ਼ ਅ ਅਰੇਂਜਮੈਂਟ ਆਫ 4 ਰਜਿਸਟੈਂਸ ਇਜ਼ used to determine one of these। ਇਹਨਾਂ ਵਿੱਚੋਂ ਕੋਈ ਵੀ ਰਜਿਸਟੈਂਸ ਅਗਰ ਸਾਨੂੰ ਅਨਨੋਨ ਹੋਇਆ, these resistance quickly and accurately in the term of remaining 3 resistance means ਅਗਰ ਮੈਨੂੰ ਇਹਦੀ ਵੈਲਿਊ ਪਤਾ, ਇਹਦੀ ਵੈਲਿਊ ਪਤਾ, ਇਹਦੀ ਵੈਲਿਊ ਪਤਾ ਤਾਂ ਮੈਂ ਆਹ ਰਜਿਸਟੈਂਸ ਕੱਢ ਸਕਦੀ ਹਾਂ। ਆਲਟਰਨੇਟਿਵਲੀ ਕਿਸੇ ਵੀ ਮੀਨਸ ਅਗਰ ਮੈਨੂੰ ਇਸ ਰਜਿਸਟੈਂਸ ਦੀ ਵੈਲਿਊ ਨਹੀਂ ਪਤਾ ਤਾਂ ਮੈਂ ਇਹਨਾਂ ਤਿੰਨਾਂ ਦੇ ਉੱਤੋਂ ਇਸ ਰਜਿਸਟੈਂਸ ਦੀ ਵੈਲਿਊ ਵੀ ਫਾਈਂਡ ਆਊਟ ਕਰ ਸਕਦੀ ਹਾਂ। ਤਾਂ ਉਹਦੇ ਵਿੱਚ ਅਸੀਂ ਇੱਕ ਗਲਵੈਨੋਮੀਟਰ ਵੀ ਤੁਸੀਂ ਪੜ੍ਹ ਚੁੱਕੇ ਹੋਵੋਗੇ। ਗਲਵੈਨੋਮੀਟਰ ਅਗਰ ਨਹੀਂ ਪੜ੍ਹਿਆ ਤਾਂ ਮੈਂ ਇੱਕ ਛੋਟਾ ਜਿਹਾ ਦੱਸ ਦਿੰਦੀ ਹਾਂ ਕੀ ਹੁੰਦਾ ਹੈ। ਗਲਵੈਨੋਮੀਟਰ ਇੱਕ ਇੱਦਾਂ ਦਾ ਇੰਸਟਰੂਮੈਂਟ ਹੈ ਜੋ ਇਹ ਦੱਸਦਾ ਕਿ ਅਗਰ ਕਰੰਟ ਫਲੋ ਹੁੰਦਾ ਤਾਂ ਉਹ ਕੀ ਕਰਦਾ, ਡਿਫਲੈਕਸ਼ਨ ਸ਼ੋ ਕਰਦਾ। ਉਹਦੇ ਵਿੱਚ ਇੱਕ ਨੀਡਲ ਲੱਗੀ ਹੁੰਦੀ ਹੈ ਕਿ ਜੇ ਮੰਨ ਲਓ ਅਸੀਂ ਉਹਨੂੰ ਕਰੰਟ ਦੇ ਨਾਲ ਜੋੜਤਾ ਤਾਂ ਨੀਡਲ ਹੈ ਉਹ ਡਿਫਲੈਕਸ਼ਨ ਦਿੰਦੀ ਹੈ। ਠੀਕ ਹੈ, ਹੁਣ ਜੇ ਉਹ ਨੀਡਲ ਸਟ੍ਰੇਟ ਹੈ ਮੀਨਸ 0 'ਤੇ ਹੈ ਬਿਲਕੁਲ, ਦੈਟ ਮੀਨਸ ਉਹਦੇ ਵਿੱਚ ਉਹ ਕਰੰਟ ਫਲੋ ਨਹੀਂ ਹੋ ਰਿਹਾ। ਹੁਣ ਜਦੋਂ ਗਲਵੈਨੋਮੀਟਰ ਸਟ੍ਰੇਟ ਹੈ, ਨੀਡਲ ਡਿਫਲੈਕਸ਼ਨ ਸ਼ੋ ਨਹੀਂ ਕਰ ਰਹੀ, ਦੈਟ ਮੀਨਸ ਕੀ ਹੈ, ਜਿਹੜਾ ਮੇਰਾ ਇਹ ਮੀਟਰ ਵੀਟਸਟੋਨ ਬ੍ਰਿਜ ਹੈ ਉਹਦਾ ਜਿਹੜਾ ਸਰਕਿਟ ਹੈ ਉਹ ਕੀ ਹੈ, ਬੈਲੈਂਸਡ ਸਰਕਿਟ ਹੈ। ਠੀਕ ਹੈ, ਅਗਰ ਬੈਲੈਂਸ ਨਹੀਂ ਹੋਊਗਾ ਦੈਟ ਮੀਨਸ ਇਸ ਸਪੋਜ਼ ਇੱਧਰੋਂ ਕਰੰਟ ਆ ਰਿਹਾ ਤਾਂ ਇੱਧਰੋਂ ਕਰੰਟ ਫਲੋ ਹੋਏਗਾ ਤਾਂ ਕੀ ਹੋਏਗਾ, ਗਲਵੈਨੋਮੀਟਰ ਡਿਫਲੈਕਸ਼ਨ ਸ਼ੋ ਕਰ ਦੇਗਾ। ਠੀਕ ਹੈ, ਠੀਕ ਹੈ ਬੇਟੇ। ਹੁਣ ਸਾਨੂੰ ਕੀ ਪਤਾ ਹੈਗਾ ਆ ਕਿ ਮੇਰੇ ਕੋਲ 4 ਰਜਿਸਟੈਂਸ ਨੇ। ਸਪੋਜ਼ ਮੈਂ ਇਹਨੂੰ ਕੀ ਲੈਂਦੀ ਹਾਂ R1, ਇਹਨੂੰ ਕੀ ਲੈਂਦੀ ਹਾਂ R2, ਇਹਨੂੰ ਕੀ ਲੈਂਦੀ ਹਾਂ R3, ਇਹਨੂੰ ਕੀ ਲੈਂਦੀ ਹਾਂ R4। ਜੀ ਗਲਵੈਨੋਮੀਟਰ ਹੈ, ਮੈਂ ਇਹਨੂੰ ਜੀ ਨੂੰ ਹੀ ਇਹਦੀ ਰਜਿਸਟੈਂਸ ਲੈ ਕੇ ਚੱਲਦੀ ਹਾਂ ਕਿਉਂਕਿ ਹਰ ਇੰਸਟਰੂਮੈਂਟ ਦੀ ਇੱਕ ਆਪਣੀ ਇੰਟਰਨਲ ਰਜਿਸਟੈਂਸ ਹੁੰਦੀ ਆ, ਉਹਨੂੰ ਅਸੀਂ ਕੀ ਲੈ ਕੇ ਚੱਲਦੇ ਹਾਂ, ਇੰਟਰਨਲ ਰਜਿਸਟੈਂਸ। ਹੁਣ ਇਹ ਸਰਕਿਟ ਨੂੰ ਕੰਪਲੀਟ ਕਰੀਏ, ਮੈਂ ਇੱਥੇ ਕੀ ਲਗਾ ਰਹੀ ਹਾਂ, ਕੀ ਬੈਟਰੀ। ਠੀਕ ਹੈ, ਇਸ ਕੀ ਵੋਲਟੇਜ ਹੈ, ਇਹਨੂੰ ਅਸੀਂ EMF ਵੀ ਲਿਖ ਸਕਦੇ ਹਾਂ। ਕਈ ਬੁੱਕ ਦੇ ਵਿੱਚ ਇੱਥੇ ਇਹਨੂੰ EMF ਵੀ ਲਿਖਿਆ ਹੋਇਆ। ਠੀਕ ਹੈ, ਇਹਦਾ ਪੋਜ਼ਿਟਿਵ ਟਰਮੀਨਲ ਹੈ, ਨੈਗੇਟਿਵ ਟਰਮੀਨਲ ਹੈ। ਪੋਜ਼ਿਟਿਵ ਟੂ ਨੈਗੇਟਿਵ ਕਰੰਟ ਫਲੋ ਕਰਦਾ, ਦੈਟ ਮੀਨਸ ਕੀ ਹੋਇਆ, ਮੇਰੇ ਕੋਲ I ਕਿੱਥੋਂ ਗਿਆ, ਇੱਥੋਂ ਗਿਆ। ਇਹ ਕੀ ਹੈ, ਜੰਕਸ਼ਨਸ ਹੈਗੇ ਆ ਜਿਹੜੇ ਤੁਸੀਂ ਕਿਰਚੌਫ ਲਾਅ ਦੇ ਵਿੱਚ ਵੀ ਪੜ੍ਹੇ ਨੇ। ਇਸ ਜੰਕਸ਼ਨ ਦੇ ਉੱਤੇ ਕੀ ਆ ਰਿਹਾ, I ਕਰੰਟ ਆ ਰਿਹਾ। ਤੁਸੀਂ ਕਿਰਚੌਫ ਲਾਅ ਦੇ ਵਿੱਚ ਵੀ ਪੜ੍ਹਿਆ ਕਿ ਇੱਕ ਜੰਕਸ਼ਨ ਦੇ ਉੱਤੇ ਕਰੰਟ ਕੀ ਹੈ, 2 ਪਾਰਟਸ ਦੇ ਵਿੱਚ ਡਿਵਾਈਡ ਹੋ ਗਿਆ। ਮੈਂ ਇਸ ਕਰੰਟ ਨੂੰ ਕੀ ਕਰ ਰਹੀ ਹਾਂ, ਸਪੋਜ਼ ਕਰ ਰਹੀ ਹਾਂ ਕਿ ਇੱਧਰ I1 ਕਰੰਟ ਗਿਆ, ਇੱਧਰ ਮੇਰਾ ਕੀ ਕਰੰਟ ਗਿਆ, I2। ਤਾਂ ਇੱਕ ਇਕੁਏਸ਼ਨ ਯਾਦ ਰੱਖਾਂਗੇ ਕਿ ਜਿਹੜਾ I ਹੈ ਉਹ ਕਿਹੜੇ ਵਿੱਚ 2 ਕਰੰਟਸ ਦੇ ਵਿੱਚ ਗਿਆ, I1 ਤੇ I2, ਪਰ ਇਹਨਾਂ ਦੋਨਾਂ ਦਾ ਸਮ ਕਿਹਦੇ ਇਕੁਅਲ ਹੋਏਗਾ, I ਦੇ ਇਕੁਅਲ ਹੀ ਹੋਏਗਾ। ਠੀਕ ਹੈ, ਹੁਣ ਇੱਥੋਂ I1 ਕਰੰਟ ਜਾ ਰਿਹਾ, ਇੱਥੇ ਵੀ ਜੰਕਸ਼ਨ ਹੈ, ਇੱਥੇ ਜੰਕਸ਼ਨ ਤੋਂ ਬਾਅਦ ਵੀ ਇਹ 2 ਪਾਰਟਸ ਦੇ ਵਿੱਚ ਡਿਵਾਈਡ ਹੋ ਰਿਹਾ। ਠੀਕ ਹੈ, ਤਾਂ ਅੱਧਾ ਕਰੰਟ ਇਸ ਸਾਈਡ ਨੂੰ ਜਾਏਗਾ, ਅੱਧਾ ਕਰੰਟ ਕੀ ਜਾਏਗਾ, ਇਸ ਸਾਈਡ ਨੂੰ ਜਾਏਗਾ। ਇੱਥੇ ਇਸ ਜੰਕਸ਼ਨ ਦੇ ਉੱਤੇ ਕਰੰਟ ਕਿੰਨਾ ਜਾਏਗਾ, ਸਪੋਜ਼ ਇਹ ਗਲਵੈਨੋਮੀਟਰ ਦੇ ਵਿੱਚੋਂ ਕਰੰਟ ਕੀ ਫਲੋ ਕਰ ਰਿਹਾ, IG, ਤਾਂ ਕੀ ਹੋਏਗਾ, ਇੱਥੇ ਕੀ ਆਇਆ, I1 ਕਰੰਟ ਹੀ ਆਇਆ, ਇਸ ਰਜਿਸਟਰ ਚੋਂ ਨਿਕਲ ਕੇ, ਤਾਂ ਇੱਥੇ ਕੀ ਹੋ ਗਿਆ, I1 ਮਾਈਨਸ IG। ਠੀਕ ਹੈ, ਠੀਕ ਹੈ, ਇੱਧਰ ਕਿਹੜਾ ਕਰੰਟ ਜਾ ਰਿਹਾ, IG, ਤਾਂ ਇਸ ਇੱਥੇ ਕਿਆ ਚਲਾ ਗਿਆ, I1 ਮਾਈਨਸ IG। ਠੀਕ ਹੈ, ਇੱਥੇ ਲਿਖ ਦਿੰਦੀ ਹਾਂ ਮੈਂ I1 ਮਾਈਨਸ IG। ਠੀਕ ਹੈ, ਕੀ ਹੋਇਆ, I ਕਰੰਟ ਆਇਆ, 2 ਡਾਇਰੈਕਸ਼ਨ ਦੇ ਵਿੱਚ ਟੁੱਟਿਆ, I1 ਔਰ I2। ਇੱਥੇ ਕੀ ਪਹੁੰਚਿਆ, I1। ਇੱਧਰਲੀ ਸਾਈਡ ਨੂੰ ਅਸੀਂ ਕੀ ਚਲਾ ਗਿਆ, IG ਕਰੰਟ। ਇੱਧਰਲੀ ਸਾਈਡ ਕੀ ਜਾਏਗਾ, I1 ਮਾਈਨਸ IG, ਆਹ ਵਾਲਾ ਕਰੰਟ। ਠੀਕ ਹੈ, ਹੁਣ
आ जंक्शन ते पहुँच गए, इत्थे इस जंक्शन ते करंट किहड़ा पहुँचिया I2, इधरों किहड़ा करंट आ रहा IG, तो इत्थे किहड़ा की जाएगा I2 प्लस IG। ठीक है, हुण इत्थे की पहुँचिया I1 माइनस IG, इत्थे की पहुँचिया I2 प्लस IG। मैं हुण इहदा सम करा, इत्थे इस जंक्शन ते आके दोनों ऐड हो गए, की हो जाऊगा I1 माइनस IG प्लस I2 माइनस IG, सॉरी प्लस कैंसल हो गया, I1 प्लस I2 की दे इक्वल है, I दे इक्वल है। दैट मीनस इत्थों करंट की है I ही निकल रहा है। किरचॉफ लॉ भी अपने कोल की हो गया, बिल्कुल चंगे तरीके दे नाल की हो गया है, फॉलो हो रहा। ठीक है, हुण असीं इहदी डेरीवेशन करांगे, किरचॉफ लॉ ही अप्लाई करांगे। पहली लूप लै रही हाँ मैं, दूसरी लूप लै रही हाँ। हुण मैं फर्स्ट लूप नूं सॉल्व कर रही हाँ। ठीक है, फर्स्ट लूप दे विच इत्थे पहुंचे आपां। सब तो पहला की हुंदा करंट इंटू रजिस्टेंस, करंट की है I1, इत्थे की है रजिस्टेंस R1, किहड़ा करंट गया I1 इंटू R1, इत्थे पहुंच गए। इत्थे की जा रहा करंट प्लस, क्यों, क्योंकि मेरी लूप की डायरेक्शन भी सेम है और करंट की डायरेक्शन भी सेम है, तो मेरे को की हो गया IG करंट है, गलवैनोमीटर की रजिस्टेंस मैं तुहानू की कहा सीगा G ही लऊँगी मैं। ठीक है, इत्थों इत्थे गए, इत्थों निकल के इधर आ गए, इत्थे करंट की हैगा I2 इंटू रजिस्टेंस की हैगी R3, बट साइन केड़ा आएगा नैगेटिव, क्यों, क्योंकि करंट इस डायरेक्शन फ्लो कर रहा है, मैं लूप उस डायरेक्शन च लै रही है, की हो गया नैगेटिव, की हुंदी है इज इक्वल्स टू 0। ठीक है, क्या हो गया अपने कोल I1 R1। हुण जेड़ा मेरे कोल जदों मैं हुणे आपां पढ़न तो पहला की लैके ਚੱਲੇ ਸੀ, ਅਸੀਂ ਇਹ ਲੈ ਕੇ ਚੱਲੇ ਸੀ ਕਿ ਜਿਹੜਾ ਵੀਡਸਟੋਨ ਬ੍ਰਿਜ ਹੈ ਉਹ ਬੈਲੈਂਸ ਹੋਣਾ ਚਾਹੀਦਾ। ਜਦੋਂ ਬੈਲੈਂਸ ਹੈ ਦੈਟ ਮੀਨਸ ਇਸ ਸਾਈਡ ਨੂੰ ਕੋਈ ਕਰੰਟ ਹੀ ਫਲੋ ਨਹੀਂ ਹੋ ਰਿਹਾ। ਜਦੋਂ ਕੋਈ ਕਰੰਟ ਹੀ ਫਲੋ ਨਹੀਂ ਹੋ ਰਿਹਾ ਦੈਟ ਮੀਨਸ ਜਿਹੜਾ ਮੇਰੇ ਕੋਲ IG ਹੈ ਉਹ ਕੀ ਹੋ ਗਿਆ 0, ਤਾਂ ਮੇਰੇ ਕੋਲ ਕੀ ਹੋ ਗਿਆ 0 ਇੰਟੂ G ਮਾਈਨਸ I2 इंटू R3 इज इक्वल्स टू 0। दैट मीन्स I1 R1 माइनस I2 R3 इज इक्वल्स टू 0। की हो गया I1 R1 इज इक्वल्स टू I2 R3। ये की होगी मेरे को इक्वेशन नंबर 1। हुण मैं इस साइड वाली लूप नूं लैके चलूँगी लूप सैकेंड दी आ वाली डायरेक्शन। सब तो पहला असीं इत्थे पहुंचे आ वाले रजिस्टर, इत्थों करंट कितना फ्लो हो रहा I1 माइनस IG। ठीक है, इंटू रजिस्टेंस कितनी होगी R2। ठीक है, इत्थे पहुंचे, इत्थे पहुंच के की होया करंट इस डायरेक्शन में मूव कर रहा, लूप मेरी इस डायरेक्शन में लग रही है, की हो गया मेरे को नैगेटिव साइन। करंट कितना हैगा I2 प्लस IG इंटू रजिस्टेंस कितनी है देखो I2 प्लस IG इंटू रजिस्टेंस की हैगी R4। इधर नूं चले गए, करंट इस डायरेक्शन च मूव कर रहा, लूप मेरी इस डायरेक्शन च, तो करंट कितना हो गया माइनस IG इंटू G इज इक्वल्स टू 0। G यदि की हो गया गलवैनोमीटर दी इंटरनल रजिस्टेंस। कुछ भी लै सकते हो तुसीं, इहनूं R भी लै सकते हो, तुहाडी अपनी फिजिबिलिटी ਲਈ है। सेम आही चीज़ इत्थे भी लगूगी IG। ठीक है, पहला मैं इहनूं अंदर मल्टीप्लाई कर लैनी है I1 R2 माइनस IG R2 माइनस I2 R4 माइनस IG R4 माइनस IG G इज इक्वल्स टू 0। IG 0 हो जाऊगा, दैट मीन्स की रह गया I1 सिर्फ एक है I1 R2 माइनस I2 R4। ये भी 0 हो गया, आ भी 0 हो गया, आ भी 0 हो गया, इज इक्वल्स टू 0। की हो गया मेरे को I1 R2 इज इक्वल्स टू I2 R4, इक्वेशन नंबर 2। ਹੁਣ मैं इक्वेशन 1 ਨੂੰ डिवाइड कर रही हूँ इक्वेशन 2 ਦੇ ਨਾਲ। की हो गया I1 R1 डिवाइडेड बाय I1 R2 इज इक्वल्स टू I2 R3 डिवाइडेड बाय I2 R4। ठीक है, I1 I2 कैंसिल हो गया, दिस इम्प्लाइज R1 डिवाइडेड बाय R2 इज इक्वल्स टू R3 डिवाइडेड बाय R4। ਹੁਣ दिस इज एक ही दस दिया
ਹੁਣ ਇਹਨੂੰ ਅਸੀਂ ਵੀਟਸਟੋਨ ਬ੍ਰਿਜ ਨੂੰ ਦੋ ਦੂਸਰੇ ਤਰੀਕੇ ਦੇ ਨਾਲ ਵੀ ਐਕਸਪਲੇਨ ਕਰ ਸਕਦੇ ਹਾਂ। ਕੀ ਐਕਸਪਲੇਨ ਕਰ ਸਕਦੇ ਹਾਂ ਕਿ ਮੇਰੇ ਕੋਲ ਜਿਹੜੀਆਂ 4 ਰੈਜ਼ਿਸਟੈਂਸ ਲੱਗੀਆਂ ਹੋਈਆਂ ਨੇ ਤਾਂ ਉਹਨਾਂ ਵਿੱਚੋਂ ਇਹਨਾਂ ਕਿਸੇ ਵੀ ਤਰੀਕੇ ਦੇ ਨਾਲ 2 ਰੈਜ਼ਿਸਟੈਂਸ ਦੀਆਂ ਰੇਸ਼ੋਜ਼ ਇੱਕ ਦੂਸਰੇ ਦੇ ਇਕੁਅਲ ਹੋਣਗੀਆਂ। ਦੈਟ ਮੀਨਸ R1 divided by R2 is equals to R3 divided by R4. It can be like R1 divided by R3 is equals to R2 divided by R4. ਠੀਕ ਹੈ ਠੀਕ ਹੈ। ਬਟ ਉਹਦੇ ਵਿੱਚ ਇੱਕ ਚੀਜ਼ ਦਾ ਡਿਫਰੈਂਸ ਹੋਏਗਾ ਕਿ ਜਿਹੜੀ ਜਦੋਂ ਮੇਰੇ ਕੋਲ R1 ਬਾਈ R2 ਇਜ਼ R3 ਬਾਈ R4 ਹੈ ਤਾਂ ਮੇਰਾ ਜਿਹੜਾ बैलेंस वाला ब्रिज है वो इन्हों दे विच लग्या होया। बट अगर मैं R1 डिवाइडेड बाय R3 और R4 डिवाइडेड बाय R2 डिवाइडेड बाय R4 करा तो मेरा जिहड़ा बैलेंस करने वाला ब्रिज है वो इस तरीके दे नाल लग्या होएगा। तुसी इहनूं ईजीली पतंग नाल भी देख सकते हो। पतंग काइट्स तुसी उड़ाउने हो, उन्हां दे चारों कॉर्नर्स ते रजिस्टेंस लगी हुई है। जिथे तुसी अपनी कलम बन्नदे हो की होएगी उस काइट नू बैलेंस करन, बैलेंस भी उहदे नाल हुंदा ना, जिहड़ा असीं उहदे विच बन लैंदे आ, की होएगा गलवैनोमीटर होएगा जिहड़ी उस ब्रिज नू बैलेंस करदी है। ठीक है, दैट मीनस की होया अगर दो मेरियां रजिस्टेंस दी रेशो सेम है तो मेरे को जो सर्किट है वो बैलेंसड सर्किट होएगा। हुण इहदे विचों अगर मेरे को कोई भी 3 रजिस्टेंस नोन हैगियां ने तो मैं चौथी रजिस्टेंस कढ लैनी है। सपोज मेरे को R2 R3 और R2 की वैल्यू है तो मेरे को R1 की इक्वल हो जाऊगा R2 इंटू R3 बाय R4। सपोज मैनू R4 कढ़ना हैगा तो की हो जाऊगा R4 इज इक्वल्स टू R3 इंटू R2 डिवाइडेड बाय R1। ठीक है, मतलब कोई भी इन्हां विचों 3 रजिस्टेंस अगर नोन ने तो मैं चौथी अननोन रजिस्टेंस कैलकुलेट कर सकती हाँ। इहदा असीं एक्सपैरीमेंट भी करांगे जदों ही स्कूल खुलणगे। ठीक है, उस टाइम असीं इहदा एक्सपैरीमेंट करांगे। ये हो गया अपने कोल व्हीटस्टोन ब्रिज। थैंक